Now we are going to discuss about 10th class lesson The Happy Prince। ਹੁਣ ਆਪਾਂ The Happy Prince ਨਾਂ ਦਾ ਲੈਸਨ ਜਿਹੜਾ 10ਵੀਂ ਕਲਾਸ ਦਾ ਹੈ ਉਹਦੇ ਕੁਐਸਚਨ ਆਨਸਰ ਜਿਹੜੇ ਉਹ ਡਿਸਕਸ ਕਰਾਂਗੇ। ਸੋ ਫਸਟ ਕੁਐਸਚਨ, ਵੇਅਰ ਡਿਡ ਦ ਸਟੈਚੂ ਆਫ ਦ ਹੈਪੀ ਪ੍ਰਿੰਸ ਸਟੈਂਡ। ਹੈਪੀ ਪ੍ਰਿੰਸ ਦਾ ਸਟੈਚੂ ਜਿਹੜਾ ਸੀਗਾ, ਬੁੱਤ ਜਿਹੜਾ ਸੀ, ਉਹ ਕਿੱਥੇ ਸੀ? ਆਨਸਰ, The statue of the Happy Prince stood on a high column above the city। ਹੈਪੀ ਪ੍ਰਿੰਸ ਦਾ ਜਿਹੜਾ ਬੁੱਤ ਸੀ ਉਹ ਸ਼ਹਿਰ ਦੇ ਵਿੱਚ ਬੜੀ ਉੱਚੀ ਥਾਂ ਦੇ ਉੱਤੇ ਮੌਜੂਦ ਸੀ। ਸੈਕਿੰਡ ਕੁਐਸਚਨ, ਹਾਊ ਵਾਜ਼ ਦ ਸਟੈਚੂ ਡੈਕੋਰੇਟਿਡ। ਸਟੈਚੂ ਬੁੱਤ ਜਿਹੜਾ ਸੀ ਉਹ ਕਿਸ ਤਰੀਕੇ ਦੇ ਨਾਲ ਸਜਾਇਆ ਹੋਇਆ ਸੀ, ਡੈਕੋਰੇਟ ਕੀਤਾ ਗਿਆ ਸੀ? The statue was decorated with spires in the eyes, ruby on his sword, and gold on his body। ਸਟੈਚੂ ਜਿਹੜਾ ਬੁੱਤ ਸੀਗਾ ਉਹ ਸਫਾਇਰਸ ਤੇ ਰੂਬੀ, ਇਹ ਡਾਇਮੰਡ ਹੁੰਦੇ ਨੇ ਇੱਕ ਤਰ੍ਹਾਂ ਦੇ। ਸੋ ਸਟੈਚੂ ਜਿਹੜਾ ਸੀਗਾ ਉਹ ਡੈਕੋਰੇਟ ਕੀਤਾ ਗਿਆ ਸੀ, ਉਹਦੀਆਂ ਅੱਖਾਂ ਦੇ ਵਿੱਚ ਹੀਰੇ ਸੀ ਲੱਗੇ ਹੋਏ, ਉਹਦੀ ਤਲਵਾਰ ਦੇ ਉੱਤੇ ਹੀਰਾ ਲੱਗਿਆ ਹੋਇਆ ਸੀ, ਅਤੇ ਬੁੱਤ ਜਿਹੜਾ ਬਣਿਆ ਹੋਇਆ ਸੀ, ਬੋਡੀ ਜਿਹੜੀ ਸੀ ਉਹਦੀ, ਉਹ ਸੋਨੇ ਦੀ ਬਣੀ ਹੋਈ ਸੀ। ਤੀਸਰਾ ਕੁਐਸਚਨ ਆ, ਵੇਅਰ ਵਾਜ਼ ਦ ਸਵੈਲੋ ਗੋਇੰਗ। ਸਵੈਲੋ ਕਿੱਥੇ ਜਾ ਰਿਹਾ ਸੀ? ਦ ਸਵੈਲੋ ਵਾਜ਼ ਗੋਇੰਗ ਟੂ ਇਜਿਪਟ। ਸਵੈਲੋ ਜਿਹੜਾ ਸੀ ਉਹ ਇਜਿਪਟ ਦੇਸ਼ ਦੇ ਵਿੱਚ ਜਾ ਰਿਹਾ ਸੀ। ਚੌਥਾ ਕੁਐਸਚਨ, ਵਾਈ ਡਿਡ ਦ ਸਵੈਲੋ ਪੁੱਟ ਅਪ ਬਿਟਵੀਨ ਦ ਫੀਟ ਆਫ ਦ ਹੈਪੀ ਪ੍ਰਿੰਸ। ਸਵੈਲੋ ਕਿਉਂ ਹੈਪੀ ਪ੍ਰਿੰਸ ਦੇ ਫੀਟ ਦੇ ਵਿੱਚ ਸੀਗਾ, ਹੈਪੀ ਪ੍ਰਿੰਸ ਦੇ ਪੈਰਾਂ ਦੇ ਵਿੱਚ ਕਿਉਂ ਉਹਨੇ ਆਪਣੇ ਆਪ ਨੂੰ ਬਿਠਾਇਆ ਸੀ, ਆਪਣੇ ਆਪ ਨੂੰ ਰੱਖਿਆ ਸੀ? ਦ ਸਵੈਲੋ put up between the feet of the happy prince because it was a fine place full of fresh air। ਤੇ ਸਵੈਲੋ ਨੇ ਆਪਣੇ ਆਪ ਨੂੰ ਹੈਪੀ ਪ੍ਰਿੰਸ ਦੇ ਪੈਰਾਂ ਦੇ ਵਿੱਚ ਇਸ ਕਰਕੇ ਰੱਖਿਆ ਹੋਇਆ ਸੀ ਕਿਉਂਕਿ ਉਹ ਬਹੁਤ ਵਧੀਆ ਜਗ੍ਹਾ ਸੀ ਜਿੱਥੇ ਤਾਜ਼ੀ ਹਵਾ ਭਰਪੂਰ ਉਸ ਨੂੰ ਮਿਲ ਸਕਦੀ ਸੀ। ਪੰਜਵਾਂ ਕੁਐਸਚਨ, ਵੇਅਰ ਵਰ ਦ ਡ੍ਰੌਪਸ ਕਮਿੰਗ ਫਰੋਮ। ਇਹ ਪਾਣੀ ਦੇ ਤੁਪਕੇ ਕਿੱਥੋਂ ਆ ਰਹੇ ਸੀ? ਆਨਸਰ ਹੈ, ਦ ਡ੍ਰੌਪਸ ਵਰ ਕਮਿੰਗ ਫਰੋਮ ਦ ਆਈਜ਼ ਆਫ ਦ ਹੈਪੀ ਪ੍ਰਿੰਸ। ਹੈਪੀ ਪ੍ਰਿੰਸ ਦੀਆਂ ਅੱਖਾਂ ਦੇ ਵਿੱਚੋਂ ਇਹ ਪਾਣੀ ਦੇ ਤੁਪਕੇ ਨੀਚੇ ਗਿਰ ਰਹੇ ਸੀ। ਦ ਡ੍ਰੌਪਸ ਵਰ ਕਮਿੰਗ ਫਰੋਮ ਦ ਆਈਜ਼ ਆਫ ਦ ਹੈਪੀ ਪ੍ਰਿੰਸ। ਹੈਪੀ ਪ੍ਰਿੰਸ ਦੀਆਂ ਅੱਖਾਂ ਦੇ ਵਿੱਚੋਂ ਇਹ ਤੁਪਕੇ ਜਿਹੜੇ ਸੀ ਉਹ ਆ ਰਹੇ ਸੀਗੇ। ਛੇਵਾਂ ਕੁਐਸਚਨ ਹੈ, ਵਾਈ ਵਾਜ਼ ਦ ਹੈਪੀ ਪ੍ਰਿੰਸ ਕ੍ਰਾਈਂਗ। ਹੈਪੀ ਪ੍ਰਿੰਸ ਕਿਉਂ ਰੋ ਰਿਹਾ ਸੀ? ਆਨਸਰ, ਦ ਹੈਪੀ ਪ੍ਰਿੰਸ ਵਾਜ਼ ਕ੍ਰਾਈਂਗ ਬਿਕੋਜ਼ ਹੀ ਕੁਡ ਸੀ ਦ ਸੋਰੋ ਆਫ ਦ ਪੀਪਲ। ਹੈਪੀ ਪ੍ਰਿੰਸ ਰੋ ਰਿਹਾ ਸੀ ਕਿਉਂਕਿ ਉਹ ਲੋਕਾਂ ਦੇ ਦੁੱਖ ਦੇਖ ਸਕਦਾ ਸੀ। ਦੇਖੋ, ਇਹ ਜਿਹੜੇ ਕੁਐਸਚਨਸ ਬਣਾਏ ਨੇ ਇਹ ਬਹੁਤ ਹੀ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਟੂ ਦਾ ਪੁਆਇੰਟ ਆਨਸਰ ਵੀ ਹੋਣ ਅਤੇ ਆਨਸਰ ਤੁਹਾਡਾ ਕਰੈਕਟ ਹੋਵੇ ਅਤੇ ਤੁਹਾਨੂੰ ਸਟੂਡੈਂਟਸ ਨੂੰ ਬੇਸਿਕਲੀ ਇਹ ਯਾਦ ਕਰਨੇ ਸੁਖਾਲੇ ਹੋ ਜਾਣਗੇ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਵੱਡੇ ਵੱਡੇ ਕੁਐਸਚਨ ਦੇਖ ਕੇ ਡਰ ਜਾਂਦੇ ਨੇ, ਬਟ ਇਹ ਉਨੇ ਛੋਟੇ ਵੀ। ਕੋਸ਼ਿਸ਼ ਜਿਹੜੀ ਸਾਡੀ ਕੀਤੀ ਹੋਈ ਹੈ ਕਿ ਜ਼ਿਆਦਾ ਚਿਰ ਜਿਹੜੇ ਕੁਐਸਚਨ ਨੇ, ਆਨਸਰ ਨੇ ਜਿਹੜੇ, ਉਹ ਕੁਐਸਚਨਸ ਦੇ ਵਿੱਚੋਂ ਹੀ ਬਣ ਰਹੇ ਨੇ। ਤੁਸੀਂ ਧਿਆਨ ਨਾਲ ਦੇਖਿਓ। ਅਤੇ ਚਲੋ ਆਪਾਂ ਅਗਲਾ ਕੁਐਸਚਨ 7ਵਾਂ ਡਿਸਕਸ ਕਰ ਲੈਂਦੇ ਹਾਂ। ਡਿਸਕ੍ਰਾਈਬ ਦ ਸੀਮਸਟਰੈਸ ਇਨ ਦ ਵਰਡਸ ਆਫ ਪ੍ਰਿੰਸ। ਸੀਮਸਟਰੈਸ ਜਿਹੜੀ ਸੀ ਉਹ ਹੈਪੀ ਪ੍ਰਿੰਸ ਦੇ ਸ਼ਬਦਾਂ ਦੇ ਵਿੱਚ ਤੁਸੀਂ ਬਿਆਨ ਕਰਨਾ ਹੈ। ਦ ਸੀਮਸਟਰੈਸ ਵਾਜ਼ ਅ ਪੂਅਰ, ਵੈਰੀ ਪੂਅਰ ਵੂਮੈਨ। ਸੀਮਸਟਰੈਸ ਜਿਹੜੀ ਸੀ ਉਹ ਬਹੁਤ ਗਰੀਬ ਔਰਤ ਸੀ। ਹਰ ਫੇਸ ਵਾਜ਼ ਥਿਨ ਐਂਡ ਬੋਨ।
ਉਹਦਾ ਚਿਹਰਾ ਜਿਹੜਾ ਸੀ ਬੜਾ ਸੁੱਕਿਆ ਜਿਹਾ ਸੀ, ਪਤਲਾ ਜਿਹਾ ਸੀ ਅਤੇ ਝੁਰੜੀਆਂ, ਮਤਲਬ ਉਹਦਾ ਚਿਹਰਾ ਜਿਹੜਾ ਸੀਗਾ ਉਹ ਇੱਕ ਬੁੱਢੀ ਔਰਤ ਦੇ ਵਾਂਗ ਲੱਗਦਾ ਸੀ। ਹਰ ਹੈਂਡਸ ਵਰ ਪ੍ਰਿਕਡ ਬਾਏ ਦ ਨੀਡਲ, ਅਤੇ ਸੂਈ ਚਲਾਉਂਦੇ ਚਲਾਉਂਦੇ ਦੀਆਂ ਉਹਦੇ ਹੱਥਾਂ ਦੇ ਵਿੱਚ ਜਿਹੜੀਆਂ ਸੀਗੀਆਂ ਜ਼ਖਮ ਹੋਏ ਪਏ ਸੀ। 8ਵਾਂ ਕੁਐਸਚਨ ਹੈ, ਵਾਈ ਵਾਜ਼ ਦ ਸੀਮਸਟਰੈਸ ਲਿਟਲ ਬॉय ਕ੍ਰਾਈਂਗ। ਸੀਮਸਟਰੈਸ ਦਾ ਜਿਹੜਾ ਉਹ ਛੋਟਾ ਮੁੰਡਾ ਸੀ ਉਹ ਕਿਉਂ ਰੋ ਰਿਹਾ ਸੀ? ਦ ਲਿਟਲ ਬॉय ਹੈਡ ਫੀਵਰ ਐਂਡ ਵਾਂਟਿਡ ਔਰੇਂਜਸ। ਅਤੇ ਉਹ ਜਿਹੜਾ ਛੋਟਾ ਬੱਚਾ ਸੀ ਉਹਨੂੰ ਬੁਖਾਰ ਸੀ ਅਤੇ ਨਾਲ ਹੀ ਉਹ ਔਰੇਂਜ ਦੇ ਲਈ ਰੋ ਰਿਹਾ ਸੀ। ਉਹ ਸੰਤਰਿਆਂ ਦੇ ਲਈ ਬੜੀ ਉੱਚੀ ਉੱਚੀ ਰੋ ਰਿਹਾ ਸੀ। 9ਵਾਂ ਕੁਐਸਚਨ ਹੈ, ਹਾਊ ਡਿਡ ਬੋਥ ਹੈਪੀ ਪ੍ਰਿੰਸ ਐਂਡ ਦ ਸਵੈਲੋ ਹੈਲਪ ਦ ਸੀਮਸਟਰੈਸ। ਹੈਪੀ ਪ੍ਰਿੰਸ ਨੇ ਅਤੇ ਸਵੈਲੋ ਨੇ ਸੀਮਸਟਰੈਸ ਦੀ ਕਿੱਦਾਂ ਹੈਲਪ ਕੀਤੀ, ਸਹਾਇਤਾ ਕੀਤੀ? ਹੈਪੀ ਪ੍ਰਿੰਸ ਆਸਕਡ ਦ ਸਵੈਲੋ ਟੂ ਟੇਕ ਦ ਰੂਬੀ ਟੂ ਦ ਸੀਮਸਟਰੈਸ ਐਂਡ ਦ ਸਵੈਲੋ ਡਿਡ ਸੋ। ਹੈਪੀ ਪ੍ਰਿੰਸ ਨੇ ਸਵੈਲੋ ਨੂੰ ਰੂਬੀ ਨਾਂ ਦਾ ਜਿਹੜਾ ਡਾਇਮੰਡ ਸੀ ਉਹ ਸੀਮਸਟਰੈਸ ਦੇ ਕੋਲ ਲੈ ਕੇ ਜਾਣ ਦੇ ਲਈ ਉਹਨੂੰ ਕਿਹਾ, ਅਤੇ ਸਵੈਲੋ ਨੇ ਵੀ ਉੱਦਾਂ ਹੀ ਕੀਤਾ। ਇਸ ਤਰੀਕੇ ਦੇ ਨਾਲ ਉਹਨਾਂ ਦੋਨਾਂ ਨੇ ਸੀਮਸਟਰੈਸ ਦੀ ਹੈਲਪ ਜਿਹੜੀ ਸੀ ਉਹ ਕੀਤੀ ਸੀ। 10ਵਾਂ ਕੁਐਸਚਨ ਹੈ, ਵਾਈ ਡਿਡ ਦ ਸਵੈਲੋ ਫੀਲ ਵਾਰਮ। ਸਵੈਲੋ ਨੂੰ ਕਿਉਂ ਗਰਮੈਸ਼ ਮਹਿਸੂਸ ਹੋ ਰਹੀ ਸੀ, ਉਸਨੂੰ ਕਿਉਂ ਚੰਗਾ ਲੱਗ ਰਿਹਾ ਸੀ? ਆਂਸਰ, ਦ ਸਵੈਲੋ ਫੈਲਟ ਵਾਰਮ ਬਿਕੋਜ਼ ਇਟ ਡਿਡ ਅ ਗੁੱਡ ਡੀਡ। ਸਵੈਲੋ ਨੂੰ ਗਰਮੈਸ਼ ਲੱਗ ਰਹੀ, ਸਵੈਲੋ ਨੂੰ ਵਧੀਆ ਲੱਗ ਰਿਹਾ ਸੀ ਕਿਉਂਕਿ ਉਹਨੇ ਇੱਕ ਚੰਗਾ ਕੰਮ ਕੀਤਾ ਸੀ। 11ਵਾਂ ਕੁਐਸਚਨ, ਵਾਟ ਟਰਬਲਡ ਦ ਯੰਗ ਮੈਨ ਇਨ ਗੈਰੇਟ। ਯੰਗ ਮੈਨ ਨੂੰ ਕਿਸ ਤਰੀਕੇ ਦੀ ਗੈਰੇਟ ਦੇ ਵਿੱਚ ਬੈਠੇ ਨੂੰ ਪ੍ਰੋਬਲਮ ਆਈ? ਇਟ ਵਾਜ਼ ਟੂ ਕੋਲਡ ਐਂਡ ਹੀ ਵਾਜ਼ ਹੰਗਰੀ ਆਲਸੋ। ਬਹੁਤ ਜ਼ਿਆਦਾ ਠੰਡ ਸੀ ਅਤੇ ਉਹਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਸੀ। ਸੋ ਦ ਪਲੇ ਰਾਈਟ ਕੁਡ ਨੋਟ ਰਾਈਟ। ਉਹ ਜਿਹੜਾ ਯੰਗ ਮੈਨ ਸੀ ਉਹ ਪਲੇ ਰਾਈਟ ਸੀ, ਉਹ ਰਾਈਟਰ ਸੀ। ਉਹ ਠੰਡ ਅਤੇ ਭੁੱਖ ਦੇ ਕਰਕੇ ਕੁਝ ਲਿਖ ਨਹੀਂ ਸਕਿਆ। ਦਿਸ ਟਰਬਲਡ ਦ ਯੰਗ ਮੈਨ ਇਨ ਦ ਗੈਰੇਟ। ਹੁਣ ਦੇਖੋ ਆਹ ਲਾਸਟ ਲਾਈਨ ਕੁਐਸਚਨ ਵਾਲੀ ਹੀ ਹੈ। ਸੋ ਇੱਦਾਂ ਦੀਆਂ ਹੀ, ਮਤਲਬ ਤੁਸੀਂ ਜੇ ਧਿਆਨ ਨਾਲ ਦੇਖੋਗੇ ਸਾਰੇ ਆਨਸਰ ਜਿਹੜੇ ਨੇ ਉਹ ਕੁਐਸਚਨਸ ਦੇ ਵਿੱਚੋਂ ਹੀ ਤਕਰੀਬਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਟੂਡੈਂਟਸ ਦੇ ਲਈ ਇਹਨਾਂ ਨੂੰ ਯਾਦ ਕਰਨਾ ਸੁਖਾਲਾ ਹੋ ਸਕੇ। 12ਵਾਂ ਕੁਐਸਚਨ ਦੇਖੋ, ਹਾਊ ਵਾਜ਼ ਦ ਯੰਗ ਮੈਨ ਹੈਲਪਡ। ਉਹ ਯੰਗ ਮੈਨ ਦੀ ਸਹਾਇਤਾ ਕਿਸ ਤਰੀਕੇ ਦੇ ਨਾਲ ਹੋਈ? ਆਂਸਰ, ਦ ਪ੍ਰਿੰਸ ਆਸਕਡ ਦ ਸਵੈਲੋ ਟੂ ਟੇਕ ਅ ਸਫਾਇਰ ਟੂ ਦ ਯੰਗ ਮੈਨ। ਅਤੇ ਸਵੈਲੋ ਨੂੰ ਹੈਪੀ ਪ੍ਰਿੰਸ ਨੇ ਕਿਹਾ ਸੀਗਾ ਕਿ ਉਹਦੇ ਅੱਖਾਂ ਦੇ ਵਿੱਚ ਇੱਕ ਸਪਾਇਰ ਜਿਹੜੀ ਆ ਉਹ ਯੰਗ ਮੈਨ ਨੂੰ ਜਾ ਕੇ, ਉਸ ਪਲੇ ਰਾਈਟ ਨੂੰ ਜਾ ਕੇ ਜਿਹੜਾ ਉਹ ਦੇ ਆਵੇ। 13ਵਾਂ ਕੁਐਸਚਨ, ਵਾਈ ਵਾਜ਼ ਦ ਮੈਚ ਗਰਲ ਕ੍ਰਾਈਂਗ। ਮੈਚ ਗਰਲ ਜਿਹੜੀ ਸੀ ਉਹ ਕਿਉਂ ਰੋ ਰਹੀ ਸੀ? ਦ ਮੈਚ ਗਰਲ ਵਾਜ਼ ਕ੍ਰਾਈਂਗ ਬਿਕੋਜ਼ ਹਰ ਮੈਚਿਸ ਹੈਡ ਫੋਲਨ ਇਨ ਟੂ ਦ ਗਟਰ। ਤੇ ਮੈਚ ਗਰਲ ਜਿਹੜੀ ਸੀ ਉਹ ਰੋ ਰਹੀ ਸੀ ਕਿਉਂਕਿ ਉਹਦੀ ਮੈਚਿਸ ਜਿਹੜੀ ਸੀਗੀ ਉਹ ਗਟਰ ਦੇ ਵਿੱਚ ਗਿਰ ਚੁੱਕੀ ਸੀ। 14ਵਾਂ ਕੁਐਸਚਨ, ਦ ਸਵੈਲੋ ਸੈਡ ਟੂ ਦ ਪ੍ਰਿੰਸ, ਆਈ ਵਿਲ ਸਟੇ ਵਿਦ ਯੂ ਆਲਵੇਜ਼। ਸਵੈਲੋ ਨੇ ਪ੍ਰਿੰਸ ਨੂੰ ਕਿਹਾ ਕਿ ਮੈਂ ਹਮੇਸ਼ਾ ਲਈ ਤੁਹਾਡੇ ਨਾਲ ਹੀ ਰਹਾਂਗਾ। ਵਾਈ, ਕਿਉਂ ਕਿਹਾ ਇੱਦਾਂ? ਆਂਸਰ, ਬਿਕੋਜ਼ ਦ ਸਵੈਲੋ ਫੈਲਟ ਸਿੰਪਥੀ ਫॉर ਦ ਪ੍ਰਿੰਸ ਸੈਕਰੀਫਾਈਸ। ਕਿਉਂਕਿ ਸਵੈਲੋ ਨੂੰ ਉਹਦੇ ਉੱਤੇ ਦਇਆ ਆਈ, ਉਹਦੇ ਉੱਤੇ ਸਿੰਪਥੀ ਆਈ
ਕਿਉਂਕਿ ਹੈਪੀ ਪ੍ਰਿੰਸ ਜਿਹੜਾ ਸੀਗਾ ਉਹ ਲੋਕਾਂ ਦੇ ਲਈ ਕਿੰਨਾ ਜ਼ਿਆਦਾ ਸੈਕਰੀਫਾਈਸ ਕਰ ਰਿਹਾ ਸੀ। ਸਟੈਚੂ ਹੋਣ ਦੇ ਨਾਤੇ ਉਹਦੇ ਜੋ ਵੀ ਕੁਝ 골ਡ ਜਾਂ ਡਾਇਮੰਡ ਲੱਗੇ ਹੋਏ ਸੀ ਉਹ ਕਿਵੇਂ ਉਸ ਦੇ ਨਾਲ ਲੋਕਾਂ ਦੀ ਸਹਾਇਤਾ ਕਰ ਰਿਹਾ ਸੀ। ਸੈਕਰੀਫਾਈਸ ਕਿਸ ਤਰੀਕੇ ਦੇ ਨਾਲ, ਆਪਣਾ ਬਲੀਦਾਨ ਉਹ ਕਿੱਦਾਂ ਦੇ ਰਿਹਾ ਸੀਗਾ। 15ਵਾਂ ਕੁਐਸਚਨ, ਹਾਊ ਡਿਡ ਦਾ ਪੂਅਰ ਸਵੈਲੋ ਮੈਨੇਜ ਟੂ ਲਿਵ ਇਨ ਸੋ ਮਚ ਕੋਲਡ। ਕਿਵੇਂ ਜਿਹੜਾ ਸਵੈਲੋ ਸੀ ਉਹ ਇੰਨੀ ਠੰਡ ਦੇ ਵਿੱਚ ਰਹਿ ਸਕਿਆ। ਆਨਸਰ, ਦ ਪੂਅਰ ਸਵੈਲੋ ਮੈਨੇਜ ਟੂ ਲਿਵ ਇਨ ਸੋ ਮਚ ਕੋਲਡ ਬਾਈ ਫਲੈਪਿੰਗ ਹਿਜ਼ ਵਿੰਗਸ। ਇੰਨੀ ਠੰਡ ਦੇ ਵਿੱਚ ਸਵੈਲੋ ਜਿਹੜਾ ਉਹ ਆਪਣੀ ਵਿੰਗਸ ਨੂੰ ਜਿਹੜਾ ਉਹ ਲਗਾਤਾਰ ਹਿਲਾ ਰਿਹਾ ਸੀ, ਲਗਾਤਾਰ ਉਹ ਜਿਵੇਂ ਪੰਛੀ ਉੱਡਦੇ ਹੁੰਦੇ ਨੇ ਉਹ ਫਲੈਪ ਕਰ ਰਿਹਾ ਸੀ। ਇਸ ਤਰੀਕੇ ਦੇ ਨਾਲ ਇੰਨੀ ਠੰਡ ਦੇ ਵਿੱਚ ਆਪਣੇ ਆਪ ਨੂੰ ਉਹ ਬਚਾ ਸਕਿਆ ਬਾਏ ਫਲੈਪਿੰਗ ਹਿਜ਼ ਵਿੰਗਸ। 16ਵਾਂ, ਵਾਈ ਵਾਜ਼ ਦਾ ਸਟੈਚੂ ਆਫ ਹੈਪੀ ਪ੍ਰਿੰਸ ਪੁਲਡ ਡਾਊਨ। ਹੈਪੀ ਪ੍ਰਿੰਸ ਦਾ ਜਿਹੜਾ ਸਟੈਚੂ, ਜਿਹੜਾ ਬੁੱਤ ਸੀ, ਉਹ ਕਿਉਂ ਪੁਲ ਡਾਊਨ ਕੀਤਾ ਗਿਆ, ਕਿਉਂ ਉਸ ਨੂੰ ਡੇਗਿਆ ਗਿਆ, ਕਿਉਂ ਉਸ ਨੂੰ ਉੱਥੋਂ ਚੱਕਿਆ ਗਿਆ। ਆਨਸਰ, ਦ ਸਟੈਚੂ ਲੁਕਡ, ਸਟੈਚੂ ਜਿਹੜਾ ਸੀ ਹੁਣ ਬੜਾ ਗੰਦਾ ਲੱਗ ਰਿਹਾ ਸੀ। ਇਹ ਮੇਅਰ ਦਾ ਕਹਿਣਾ ਸੀ। ਐਂਡ there was no sapphire in the eyes, no ruby on his sword, and no gold on his body। ਹੁਣ ਉਹਦੀਆਂ ਅੱਖਾਂ ਦੇ ਵਿੱਚ ਕੋਈ ਸਫਾਇਰ ਨਹੀਂ ਸੀ, ਤਲਵਾਰ ਦੇ ਉੱਤੇ ਕੋਈ ਰੂਬੀ ਨਾਂ ਦਾ ਡਾਇਮੰਡ ਨਹੀਂ ਸੀ ਲੱਗਿਆ ਹੋਇਆ, ਔਰ ਨਾ ਹੀ ਉਹਦੇ ਸਰੀਰ ਦੇ ਉੱਤੇ ਕੋਈ ਸੋਨਾ ਲੱਗਿਆ ਬਾਕੀ ਰਹਿ ਗਿਆ ਸੀਗਾ, ਕਿਉਂਕਿ ਉਹ ਤਾਂ ਸਭ ਕੁਝ ਉਹਨੇ ਲੋਕਾਂ ਦੀ ਹੈਲਪ ਦੇ ਲਈ ਵੰਡ ਦਿੱਤਾ ਸੀ। ਕੁਐਸਚਨ ਦੇਖਦੇ ਆਪਾਂ, ਵਾਟ ਵਰ ਦ ਟੂ ਮੋਸਟ ਪ੍ਰੀਸ਼ੀਅਸ ਥਿੰਗਸ ਇਨ ਦ ਸਿਟੀ। ਸ਼ਹਿਰ ਦੇ ਵਿੱਚ ਦੋ ਬੇਕੀਮਤੀ ਚੀਜ਼ਾਂ ਜਿਹੜੀਆਂ ਸੀ, ਬਹੁਤ ਜ਼ਿਆਦਾ ਕੀਮਤੀ ਸੀਗੀਆਂ ਜਿਹੜੀਆਂ, ਉਹ ਕਿਹੜੀਆਂ ਸੀਗੀਆਂ ਚੀਜ਼ਾਂ। ਆਨਸਰ, ਦ ਡੈਡ ਸਵੈਲੋ ਐਂਡ ਦ ਬ੍ਰੋਕਨ ਲੀਡ ਹਾਰਟ ਆਫ ਦ ਹੈਪੀ ਪ੍ਰਿੰਸ ਵਰ ਦ ਟੂ ਮੋਸਟ ਪ੍ਰੀਸ਼ੀਅਸ ਥਿੰਗਸ। ਇੱਕ ਤਾਂ ਜਿਹੜਾ ਉਹ ਸਵੈਲੋ ਸੀਗਾ ਜਿਹਦੀ ਡੈਥ ਹੋ ਗਈ ਸੀਗੀ ਬਾਅਦ ਦੇ ਵਿੱਚ, ਉਹ ਬਹੁਤ ਇੰਪੋਰਟੈਂਟ ਸੀ। ਉਸ ਤੋਂ ਇਲਾਵਾ ਜਿਹੜਾ ਹੈਪੀ ਪ੍ਰਿੰਸ ਦਾ ਦਿਲ ਬਣਿਆ ਹੋਇਆ ਸੀ ਬੁੱਤ ਦੇ ਵਿੱਚ, ਉਹ ਦਿਲ ਲੈਡਨ ਦਾ ਬਣਿਆ ਹੋਇਆ ਸੀ, ਉਹ ਦਿਲ ਲੀਡ ਦਾ ਬਣਿਆ ਹੋਇਆ ਸੀ, ਜਿਹਦੇ ਨਾਲ ਹੈ। ਇਸ ਤੋਂ ਬਾਅਦ ਆਪਾਂ ਲੌਂਗ ਕੁਐਸਚਨਸ ਦੀ ਆਪਾਂ ਗੱਲ ਕਰਦੇ ਹਾਂ, ਜਿਨ੍ਹਾਂ ਦੇ ਆਨਸਰ ਤੁਸੀਂ 50 ਕੁ ਸ਼ਬਦਾਂ ਦੇ ਵਿੱਚ ਦੇਣੇ ਹੁੰਦੇ ਨੇ। ਇਹ ਜਿਹੜੇ ਲੌਂਗ ਕੁਐਸਚਨ ਬਣਾਏ ਨੇ ਤਕਰੀਬਨ ਆਪਾਂ ਸ਼ਾਰਟ ਦੇ ਵਿੱਚੋਂ ਹੀ ਕੁਛ ਕੁ ਜਿੰਨਾ ਕੁ ਚੱਕ ਸਕਦੇ ਉਹ ਚੱਕ ਰਹੇ ਹਾਂ, ਤਾਂ ਜੋ ਸਟੂਡੈਂਟਸ ਨੂੰ ਯਾਦ ਕਰਨਾ ਸੁਖਾਲਾ ਹੋ ਸਕੇ। ਤੇ ਵਿੱਚ ਪਹਿਲਾ ਕੁਐਸਚਨ ਹੈ, ਵਾਈ ਵਾਜ਼ ਦ ਪ੍ਰਿੰਸ ਕਾਲਡ ਹੈਪੀ ਪ੍ਰਿੰਸ। ਤੇ ਉਹ ਪ੍ਰਿੰਸ ਜਿਹੜਾ ਸੀ, ਉਹ ਰਾਜਾ ਜਿਹੜਾ ਸੀ, ਉਹਨੂੰ ਕਿਉਂ ਹੈਪੀ ਪ੍ਰਿੰਸ ਜਿਹੜਾ ਕਿਹਾ ਜਾਂਦਾ ਸੀ। ਆਨਸਰ, ਦ ਪ੍ਰਿੰਸ ਲਿਵਡ ਇਨ ਅ ਪੈਲੇਸ। ਪ੍ਰਿੰਸ ਜਿਹੜਾ ਸੀਗਾ ਉਹ ਇੱਕ ਮਹਿਲ ਦੇ ਵਿੱਚ ਰਹਿੰਦਾ ਸੀ। ਦੇਅਰ ਵਾਜ਼ ਨੋ ਸੋਰੋ ਐਂਡ ਟੀਅਰਸ। ਉਹਦੇ ਮਹਿਲ ਦੇ ਵਿੱਚ ਕੋਈ ਦੁੱਖ ਨਹੀਂ ਸੀ, ਕਿਸੇ ਤਰ੍ਹਾਂ ਦੇ ਕੋਈ ਤਕਲੀਫ ਨਹੀਂ ਸੀ, ਕੋਈ ਹੰਝੂ ਨਹੀਂ ਸੀ ਉਹਦੀਆਂ ਅੱਖਾਂ ਦੇ ਵਿੱਚ ਆਉਂਦੇ ਕਦੇ ਜ਼ਿੰਦਗੀ ਦੇ ਵਿੱਚ। ਹੀ ਲਿਵਡ ਐਂਡ ਡਾਈਡ ਹੈਪੀਲੀ। ਉਹ ਜੀਆ ਵੀ, ਉਹਨੇ ਜ਼ਿੰਦਗੀ ਆਪਣੀ ਬੜੀ ਖੁਸ਼ੀ ਕੱਢੀ ਅਤੇ ਵਧੀਆ ਤਰੀਕੇ ਦੇ ਨਾਲ ਮੌਤ ਵੀ ਜਿਹੜਾ ਉਦੋਂ ਵੀ ਉਹ ਬਹੁਤਾ ਦੁਖੀ ਨਹੀਂ ਸੀ। ਸੋ ਹੀ ਵਾਜ਼ ਕਾਲਡ ਦ ਹੈਪੀ ਪ੍ਰਿੰਸ। ਇਸੇ ਕਰਕੇ ਉਸ ਨੂੰ ਹੈਪੀ ਪ੍ਰਿੰਸ ਜਿਹੜਾ ਉਹ ਕਿਹਾ ਜਾਂਦਾ ਹੈ। ਸੈਕਿੰਡ ਕੁਐਸਚਨ ਹੈ, ਆਈ ਕੈਨ ਨੋਟ ਚੂਜ਼ ਬਟ ਵੀਪ। ਮੈਂ ਕੁਝ ਨਹੀਂ ਕਰ ਸਕਦਾ ਪਰ ਮੈਂ ਰੋ ਹੀ ਸਕਦਾ। ਵਾਈ ਡਿਡ ਦ ਹੈਪੀ ਪ੍ਰਿੰਸ ਸੇ ਸੋ। ਹੈਪੀ ਪ੍ਰਿੰਸ ਨੇ ਇੱਦਾਂ ਕਿਉਂ ਕਿਹਾ। ਆਨਸਰ, ਦ ਹੈਪੀ ਪ੍ਰਿੰਸ ਸਟੂਡ ਔਨ ਅ ਹਾਈ ਕੌਲਮ ਅਬਵ ਦ ਸਿਟੀ। ਹੁਣ ਦੇਖੋ ਇਹ ਆਨਸਰ ਪਹਿਲੀਆਂ ਦੇ ਵਿੱਚ ਸ਼ਾਰਟ ਆਨਸਰ ਦੇ ਵਿੱਚ ਆ ਚੁੱਕੇ ਆ। ਹੀ ਕੁਡ ਸੀ ਦ ਸੋਰੋ ਆਫ ਦ ਪੀਪਲ। ਸੇਮ ਆਨਸਰ, ਉਹ ਲੋਕਾਂ ਦੇ ਦੁੱਖਾਂ ਨੂੰ ਦੇਖ ਸਕਦਾ ਸੀ। ਸੋ ਹੀ ਸਪੋਕ ਦੀਜ਼ ਵਰਡਸ। ਸੋ ਇਸੇ ਕਰਕੇ ਉਹਨੇ ਇਹ ਸ਼ਬਦ ਜਿਹੜੇ ਨੇ ਉਹ ਬੋਲੇ ਨੇ। ਉਹੀ ਸ਼ਬਦ ਜਿਹੜੇ ਉਹਨੇ ਬੋਲੇ ਨੇ ਉਹਨੂੰ ਇਨਵਰਟਿਡ ਕੋਮਾਸ ਦੇ ਵਿੱਚ ਆਪਾਂ ਆਨਸਰ ਦੇ ਵਿੱਚ ਲੈ ਲਿਆ। ਆਈ ਕੈਨ ਨੋਟ ਚੂਜ਼ ਬਟ ਵੀਪ। ਲੌਂਗ ਆਨਸਰ 3, ਕਮੈਂਟ ਔਨ ਦ ਰਿਮਾਰਕ ਦ ਲਿਵਿੰਗ always think
that gold can make them happy। ਜਿਹੜੇ ਜ਼ਿੰਦਗੀ ਦੇ ਵਿੱਚ ਇਨਸਾਨ ਹੁੰਦੇ ਨੇ, ਜਿਹੜੇ ਲਿਵਿੰਗ ਥਿੰਗਸ ਜਿਹੜੀਆਂ ਨੇ ਹੈ ਨਾ, ਬੇਸਿਕਲੀ ਤਾਂ ਇਨਸਾਨ ਨੂੰ ਹੀ ਇਹਦੇ ਲੈਸਨ ਦੇ ਵਿੱਚ ਕਿਹਾ ਗਿਆ ਕਿ ਦ ਲਿਵਿੰਗਸ ਆਲਵੇਜ਼ ਥਿੰਕ ਦੈਟ ਗੋਲਡ ਕੈਨ ਮੇਕ them ਹੈਪੀ। ਵੀ ਉਹਨਾਂ ਨੂੰ ਪੈਸਾ ਜਾਂ ਬੇਸਿਕਲੀ ਗੋਲਡ ਦਾ ਮਤਲਬ ਇੱਥੇ ਪੈਸਾ ਹੀ ਹੈ। ਉਹ ਕਹਿੰਦਾ ਪੈਸਾ ਹੀ ਜਿਹੜਾ ਜ਼ਿੰਦਗੀ ਨੂੰ ਖੁਸ਼ ਕਰ ਸਕਦਾ ਹੈ ਹਮੇਸ਼ਾ। ਆਨਸਰ ਆਪਾਂ ਦੇਖਦੇ ਹਾਂ। ਇਹਦੇ ਉੱਤੇ ਕਮੈਂਟ ਕਰਨਾ ਤੁਸੀਂ, ਆਪਣੇ ਆਪਣੇ ਤੁਹਾਡੇ ਵਿਊਜ਼ ਹੋ ਸਕਦੇ ਨੇ। ਸੋ ਮੈਨੂੰ ਲੱਗਦਾ ਕਿ ਆਹ ਈਜ਼ੀ ਜਿਹਾ ਆਨਸਰ ਇਹਦਾ ਬਣ ਸਕਦਾ ਹੈ। ਮਨੀ ਇਜ਼ ਇੰਪੋਰਟੈਂਟ ਫॉर ਅ ਹੈਪੀ ਲਿਵਿੰਗ। ਪੈਸਾ ਜਿਹੜਾ ਇੱਕ ਵਧੀਆ ਜ਼ਿੰਦਗੀ ਦੇ ਲਈ ਬਹੁਤ ਇੰਪੋਰਟੈਂਟ ਹੈ, ਬਟ ਸਿੰਪਥੀ ਐਂਡ ਕੰਟੈਂਟਮੈਂਟ ਆਰ ਮੋਰ ਇੰਪੋਰਟੈਂਟ। ਅਤੇ ਸਾਡੇ ਅੰਦਰ ਸਿੰਪਥੀ ਹੋਣੀ ਚਾਹੀਦੀ ਆ, ਅਤੇ ਸਾਡੇ ਅੰਦਰ ਸੈਟਿਸਫੈਕਸ਼ਨਸ ਕੰਟੈਂਟਮੈਂਟ ਜਿਹੜੀ ਉਹ ਹੋਣੀ ਚਾਹੀਦੀ ਹੈ, ਉਹ ਪੈਸੇ ਨਾਲੋਂ ਜ਼ਿਆਦਾ ਇੰਪੋਰਟੈਂਟ ਨੇ। ਸੋ ਇਟ ਇਜ਼ ਨੋਟ ਟਰੂ। ਇਸੇ ਕਰਕੇ ਇਹ ਚੀਜ਼ ਸੱਚ ਨਹੀਂ ਹੈ। ਕਿਹੜੀ? ਉਹੀ ਲਾਈਨ ਜਿਹੜੀ ਉੱਪਰ ਲਿਖੀ ਹੋਈ ਹੈ ਉਹੀ ਆਪਾਂ ਨੀਚੇ ਲਿਖਾਂਗੇ। ਇਸੇ ਕਰਕੇ ਇਹ ਚੀਜ਼ ਸੱਚ ਨਹੀਂ ਹੈ ਕਿ ਜ਼ਿੰਦਗੀ ਦੇ ਵਿੱਚ ਪੈਸਾ ਹੀ ਸਾਨੂੰ ਖੁਸ਼ੀ ਦੇ ਸਕਦਾ ਹੈ। ਠੀਕ ਹੈ। ਤੇ ਚੌਥਾ ਕੁਐਸਚਨ ਦੇਖਦੇ ਹਾਂ। ਲੌਂਗ ਆਨਸਰ ਫॉर ਵਾਈ ਡਿਡ ਦਾ ਮੇਅਰ ਡਿਸਲਾਈਕ ਦਾ ਸਟੈਚੂ ਸੋ ਮਚ। ਹੁਣ ਮੇਅਰ ਸਟੈਚੂ ਨੂੰ ਕਿਉਂ ਪਸੰਦ ਨਹੀਂ ਸੀ ਕਰਦਾ? ਇਹ ਆਨਸਰ ਸੇਮ ਹੈ ਵੀ ਸਟੈਚੂ ਨੂੰ ਕਿਉਂ ਲਾਤਾ ਹੈ ਨਾ। ਦ ਡਲ ਦੇਅਰ ਵਾਜ਼ ਨੋ ਸਫਾਇਰ ਇਨ ਦ ਆਈਜ਼, no ruby on his ward, and no gold on his body, so the mayor disliked the statue so much। ਸੋ ਇਹ ਆਨਸਰ ਤੁਹਾਨੂੰ ਪਤਾ ਲੱਗ ਹੀ ਗਿਆ। ਹੁਣ ਇੱਥੇ ਦੇਖੋ ਪੰਜਵਾਂ ਕੁਐਸਚਨ ਇੰਪੋਰਟੈਂਟ ਕੁਐਸਚਨ ਹੈ। ਰਾਈਟ ਅ ਸ਼ਾਰਟ ਨੋਟ ਔਨ ਦ ਸਫਰਿੰਗਸ ਆਫ ਦ ਪੂਅਰ ਪੀਪਲ ਇਨ ਦ ਸਿਟੀ। ਅਤੇ ਜਿਹੜੇ ਗਰੀਬ ਲੋਕ ਸ਼ਹਿਰ ਦੇ ਵਿੱਚ ਰਹਿੰਦੇ ਸੀ ਉਹਨਾਂ ਦੇ ਦੁੱਖਾਂ ਦੇ ਬਾਰੇ ਇੱਕ ਸ਼ਾਰਟ ਨੋਟ ਤੁਸੀਂ ਲਿਖਣਾ ਹੈ। ਦ ਸਫਰਿੰਗਸ ਆਫ ਦ ਪੂਅਰ ਪੀਪਲ ਇਨ ਦ ਸਿਟੀ ਕੁਡ ਨੋਟ ਬੀ ਸੀਨ। ਅਤੇ ਜਿਹੜੇ ਦੁੱਖ ਸੀ ਗਰੀਬ ਲੋਕਾਂ ਦੇ ਸ਼ਹਿਰ ਦੇ ਵਿੱਚ ਉਹ ਦੇਖੇ ਨਹੀਂ ਸੀ ਜਾ ਸਕਦੇ। ਪਹਿਲੀ ਲਾਈਨ ਆਪਾਂ ਸੇਮ ਜੀ ਰੱਖਣ ਦੀ ਕੋਸ਼ਿਸ਼ ਕਰੀਏ। ਹੁਣ ਉਸ ਤੋਂ ਬਾਅਦ ਜਿਹੜੀ ਵੀ ਲਾਈਨਾਂ ਇਹ ਪਾਈਆਂ ਨੇ ਆਪਾਂ ਆਨਸਰ ਜਿਹੜਾ ਇਹ ਬਣਦਾ ਇਹਦੇ ਵਿੱਚ ਤੁਸੀਂ ਸ਼ਾਰਟ ਆਨਸਰ 7th ਜਿਹੜਾ ਆਪਾਂ ਲਿਖਿਆ ਉਹਦਾ ਆਨਸਰ ਆਉਂਦਾ ਪਹਿਲਾਂ, ਫਿਰ 8th ਦਾ ਆਨਸਰ ਆਉਂਦਾ, ਫਿਰ 11th ਦਾ ਆਨਸਰ ਆਉਂਦਾ, ਫਿਰ 30th ਜਿਹੜਾ 13ਵਾਂ ਕੁਐਸਚਨ ਜਿਹੜਾ ਲਿਖਿਆ ਉਹਦਾ ਆਨਸਰ ਆਉਂਦਾ। ਹੁਣ ਦੇਖੋ ਦ ਸੀਮਸਟ੍ਰੈਸ ਵਾਜ਼ ਵੈਰੀ ਪੂਅਰ ਵੂਮਨ, ਹਰ ਫੇਸ ਵਾਜ਼ ਥਿਨ ਐਂਡ worn, ਹਰ ਹੈਂਡਸ were pricked by the needle, the little boy had fever and wanted oranges, it was too cold and he was hungry also, so the playwright could not write, the match girl was crying because her matches had fallen into the gutter। ਸੋ ਕੋਸ਼ਿਸ਼ ਕੀਤੀ ਹੈ ਕਿ ਵਿਦਿਆਰਥੀ ਨੂੰ ਆਨਸਰ ਜਿਹੜਾ ਉਹ ਈਜ਼ਲੀ ਇਹ ਯਾਦ ਹੋ ਜਾਵੇ। ਅਤੇ 6th ਕੁਐਸਚਨ ਦੇਖੋ। ਵਾਟ ਇਜ਼ ਦ ਮੈਸੇਜ ਕਨਵੇਡ ਬਾਏ ਦ ਆਥਰ। ਰਾਈਟਰ ਨੇ ਇਸ ਲੈਸਨ ਦੇ ਵਿੱਚ ਸਾਨੂੰ ਕੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ, ਕੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਆਨਸਰ ਆਪਾਂ ਲੌਂਗ ਆਨਸਰ ਜਿਹੜਾ ਹੁਣੇ ਆਪਾਂ ਤੀਸਰਾ ਕਰਕੇ ਹਟੇ ਹਾਂ ਉਹੀ ਸੇਮ ਜਿਹਾ ਆਨਸਰ ਇਹਦੇ ਵਿੱਚ ਬਣ ਸਕਦਾ ਹੈ। ਤੋ ਦ ਆਥਰ ਬ੍ਰਿੰਗਸ ਆਊਟ ਦ ਸੀਕ੍ਰੇਟ ਆਫ ਟਰੂ ਹੈਪੀਨੈਸ। ਰਾਈਟਰ ਨੇ ਇਸ ਦੇ ਵਿੱਚ ਜਿਹੜੀ ਸੱਚੀ ਖੁਸ਼ੀ ਹੁੰਦੀ ਆ ਉਹਦੇ ਬਾਰੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਦ ਮਨੀ ਇਜ਼ ਮੋਰ ਇੰਪੋਰਟੈਂਟ ਫॉर ਅ ਹੈਪੀ ਲਿਵਿੰਗ, ਬਟ ਸਿੰਪਥੀ ਐਂਡ ਕੰਟੈਂਟਮੈਂਟ ਆਰ ਮੋਰ ਇੰਪੋਰਟੈਂਟ। So it is not true that the living always think that gold can make them happy। ਠੀਕ ਹੈ ਵੀ। ਸੋ ਇਹ ਆਨਸਰ ਇਹਦਾ ਬਣ ਸਕਦਾ ਹੈ। ਅਤੇ ਇਹ ਸੀਗਾ ਲੈਸਨ ਦ ਹੈਪੀ ਪ੍ਰਿੰਸ। ਅਤੇ ਆਪਣੇ ਚੈਨਲ ਨੂੰ ਜਿਹੜਾ ਤੁਸੀਂ ਸਬਸਕ੍ਰਾਈਬ ਕਰ ਲਓ। ਇਸੇ ਤਰ੍ਹਾਂ ਦੀਆਂ ਵੀਡੀਓਜ਼ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਸਟੂਡੈਂਟਸ ਦੇ ਲਈ ਵੀ ਸਖਾਲੀਆਂ ਹੋ ਜਾਣ, ਜਿੰਨੇ ਵੀ ਆਨਸਰ ਆਪਾਂ ਉਹਨਾਂ ਨੂੰ ਦੇ ਸਕਦੇ ਹਾਂ ਸੌਖੇ ਕਰਕੇ, ਤਾਂ ਜੋ ਈਜ਼ਲੀ ਵਿਦਿਆਰਥੀ ਜਿਹੜੇ ਨੇ ਆਨਸਰਸ ਨੂੰ ਯਾਦ ਕਰ ਸਕਣ, ਪ੍ਰਪੇਅਰ ਕਰ ਸਕਣ ਆਪਣੇ ਆਪ ਨੂੰ ਗਾਹਾਂ ਫਰਦਰ ਐਗਜ਼ਾਮੀਨੇਸ਼ਨਸ ਦੇ ਲਈ। ਅਤੇ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਆਪਾਂ ਲੈ ਕੇ ਆਵਾਂਗੇ। ਥੈਂਕ ਯੂ ਵੈਰੀ ਮੱਚ।